कदी ਸਰੂਪ ਤੇ ਵਾਰ ਕੀਤਾ ਜਾਂਦਾ ਹੈ, ਕਦੀ ਉਸ ਦੇ ਗ੍ਰੰਥਾਂ ਤੇ ਵਾਰ ਕੀਤੇ ਜਾਂਦੇ ਹੈ, ਕਦੀ ਉਸ ਦੇ ਸਿਧਾਂਤ ਤੇ ਵਾਰ ਕੀਤਾ ਜਾਂਦਾ, ਕਦੀ ਉਸ ਦੀ ਮਰਿਆਦਾ ਤੇ ਵਾਰ ਕੀਤਾ ਜਾਂਦਾ, ਕਦੀ ਉਹਦੇ ਪਹਿਰਾਵੇ ਤੇ ਵਾਰ ਕੀਤਾ ਜਾਂਦਾ। ਇਹ ਬਹੁਤ ਘਿਨਾਉਣੀਆਂ ਹਰਕਤਾਂ ਜਿਹੜੀਆਂ ਹੋ ਰਹੀਆਂ ਇਹ ਸਿੱਖ ਕੌਮ ਵਾਸਤੇ ਬਹੁਤ ਘਾਤਕ ਹੈ कि ऐसी सख्त सज़ा दो ਜਿਹੜੀ कम से कम वो औरत घर तो उतों बाहर ना निकल सके। फास्ट ट्रैक है विदन 7 डेज़ विदन 10 डेज़ ये फैसला होना चाहिए। ये सबूत की लोड़ है। ये सामने गुरु ग्रंथ साहब ने जिन्हें घटना की है वो भी सामने आ गया, तो जो घटना हुई है वो सामने आ गया। सारी कौम जे इकट्ठी हो जाए कोई मसला नहीं जिहड़ा कि कोई हल नहीं हो सकता। अफसर तो सिर्फ गुरुद्वारे च ही वड़ते, होर थावां ते क्यों नहीं वड़ते, दूजे धर्मां च क्यों नहीं जाते। सो इस करके गलत लोगों ने यह गल पढ़ा दी गई है भी जिहड़ा कोई इन्हों ट्रेड करके भेजदा वो कहंदा पागल है। ਪਹਿਲਾਂ ਤੇ ਇਹ ਬਦਕਿਸਮਤੀ ਹੈ ਕਿ ਸਿੱਖ ਕੌਮ ਸਿੱਖ ਧਰਮ ਜੋ ਦੁਨੀਆ ਵਿੱਚ ਇੱਕ ਬਹੁਤ ਵੱਡੀਆਂ ਸਿਧਾਂਤਾਂ ਤੇ ਮਰਿਆਦਾ ਵਿੱਚ ਚੱਲਣ ਵਾਲਾ ਧਰਮ ਹੈ, ਉਹਦੀਆਂ ਮਰਿਆਦਾ ਨੂੰ ਉਹਦੇ ਸਿਧਾਂਤ ਨੂੰ ਉਹਦੇ ਕਦੀ ਸਰੂਪ ਤੇ ਵਾਰ ਕੀਤਾ ਜਾਂਦਾ ਹੈ, ਕਦੀ ਉਸ ਦੇ ਗ੍ਰੰਥਾਂ ਤੇ ਵਾਰ ਕੀਤੇ ਜਾਂਦੇ ਹੈ, ਕਦੀ ਉਸ ਦੇ ਸਿਧਾਂਤ ਤੇ ਵਾਰ ਕੀਤਾ ਜਾਂਦਾ, ਕਦੀ ਉਸ ਦੀ ਮਰਿਆਦਾ ਤੇ ਵਾਰ ਕੀਤਾ ਜਾਂਦਾ, ਕਦੀ ਉਹਦੇ ਪਹਿਰਾਵੇ ਤੇ ਵਾਰ ਕੀਤਾ ਜਾਂਦਾ। ਇਹ ਬਹੁਤ ਘਿਨਾਉਣੀਆਂ ਹਰਕਤਾਂ ਜਿਹੜੀਆਂ ਹੋ ਰਹੀਆਂ ਇਹ ਸਿੱਖ ਕੌਮ ਵਾਸਤੇ ਬਹੁਤ ਘਾਤਕ ਹੈ। ਸਾਨੂੰ ਸਾਰਿਆਂ ਨੂੰ ਜਿੱਥੇ ਆਪ ਨੂੰ ਵੀ ਸੁਚੇਤ ਹੋਣਾ ਚਾਹੀਦਾ, ਉੱਥੇ ਮੈਂ ਸਮਝਦੀ ਹਾਂ ਕਿ ਜਿਹੜੀ ਅੱਜ ਇਹ ਮੰਦਭਾਗੀ ਘਟਨਾ ਵਾਪਰੀ ਹੈ, ਜੋ ਅੱਜ ਹਿਰਦੇ ਬਲੁੰਦਰੇ ਗਏ ਆ ਸਾਰੇ ਸਿੱਖਾਂ ਦੇ, ਔਰ ਪੂਰਾ ਪਿੰਡ ਜਿਹੜਾ ਮੈਂ ਦੇਖਿਆ ਪੀੜਤ ਬੈਠਾ ਹੋਇਆ। ਕੇਵਲ ਪਿੰਡ ਨਹੀਂ, ਅਸੀਂ ਵੀ ਜਦੋਂ ਦਾ ਸੁਣਿਆ ਹੈ ਉਸੇ ਦਿਨ ਦਾ ਮੈਂਬਰਾਂ ਦੀ ਮੈਂ ਡਿਊਟੀਆਂ ਲਾਈਆਂ, ਪ੍ਰਚਾਰਕਾਂ ਦੀਆਂ ਲਾਈਆਂ ਕਿ ਉੱਥੇ ਪਹੁੰਚੋ ਤੇ ਜਾ ਕੇ ਉੱਥੇ ਪਤਾ ਕਰੋ ਕਿ ਉੱਥੇ ਘਟਨਾ ਵਾਪਰੀ ਕਿੱਦਾਂ, ਸਾਰਾ ਕੁਝ ਪਤਾ ਲੱਗਾ। ਔਰ ਅਸੀਂ ਕਿਉਂਕਿ ਪਰਚਾ ਦਰਜ SSP ਨਾਲ ਅਸੀਂ ਤੁਲਕ ਸਾਹਮਣੇ ਲਗਾਤਾਰ ਰੱਖਿਆ। ਮੈਂ ਵੈਸੇ ਧੰਨਵਾਦ ਕਰਦੀ ਕਿ SSP ਨੇ ਮੌਕੇ 'ਤੇ ਸਾਰਾ ਕੁਝ ਕੰਮ ਕਰਕੇ ਤੇ ਉਹਨਾਂ ਨੇ ਕਮ ਸੇ ਕਮ ਲੋਕਾਂ ਦੀ ਸੰਤੁਸ਼ਟੀ ਬਣਾਈ ਹੈ ਕਿ ਜੋ ਉਹਨਾਂ ਦੀ ਡਿਊਟੀ ਬਣਦੀ ਸੀ ਉਹਨਾਂ ਕੀਤੀ। ਅੱਜ ਵੀ ਮੈਂ ਇਸੇ ਕਰਕੇ ਪਹਿਲਾਂ 5 ਮੈਂਬਰੀ ਟੀਮ ਭੇਜੀ ਸੀ कि ऐसी सख्त सज़ा दो ਜਿਹੜੀ कम से कम वो औरत घर तो उतों बाहर ना निकल सके। कम से कम ਉਹਨੂੰ पता तो लगे, ਉਹਦੇ परिवार ਨੂੰ पता लगे, लोगों ਨੂੰ पता लगे भी ਜਿਹੜਾ ਇਹ घटना इदा ही करेगा ਉਹਦਾ ਰਹਿਣਾ ਕੱਖ ਨਹੀਂ। UAPA ਜਿਹੜੀ ਕਿ ਉਹਦੀ ਜ਼ਮਾਨਤ ਨਹੀਂ ਹੁੰਦੀ, ਉਹ ਅਸੀਂ SSP को ਅੱਜ ਮਿਲ ਕੇ ਆਏ। ਮੈਨੂੰ ਭੇਜੇ ਸੀ ਕਿ ਤੁਸੀਂ ਜਾਓ ਤੇ UAPA ਦਾ ਜਿਹੜਾ 302 ਵੀ ਲੱਗਣੀ ਚਾਹੀਦੀ ਹੈ ਕਿ ਲਿਵਿੰਗ ਗੁਰੂ ਜਦੋਂ ਗੱਲ ਹੈ ਤਾਂ ਫਿਰ ਲਿਵਿੰਗ ਗੁਰੂ ਦੀ 302 ਵੀ ਲੱਗਣੀ ਚਾਹੀਦੀ ਤੇ UAPA ਜਿਹੜਾ ਉਹ ਮਸਟ ਹੈ ਕਿਉਂਕਿ ਇਹਦੇ ਨਾਲ ਸਾਡੀਆਂ ਭਾਵਨਾਵਾਂ ਭੜਕੀਆਂ, ਇਹਦੇ ਨਾਲ ਲੋਕਾਂ ਦੇ ਵਿੱਚ ਕਲਪਨਾ ਜਿਹੜੀ ਹੈ ਬਹੁਤ ਘਬਰਾਹਟ ਆਉਂਦੀ ਹੈ ਕਿ ਬਣਿਆ ਕੀ। ਦੇਖੋ ਮੈਂ ਸਮਝਦੀ ਹਾਂ ਕਿ ਅਦਾਲਤ ਨੂੰ ਤੇ ਹੁਣ ਲੋੜ ਹੀ ਨਹੀਂ ਕਿਸੇ ਨੂੰ ਪੁੱਛਣ ਦੀ। ਫਾਸਟ ਟਰੈਕ ਹੈ ਤੇ ਵਿਦਨ 7 ਡੇਜ਼ ਵਿਦਨ 10 ਡੇਜ਼ ਇਹ ਫੈਸਲਾ ਹੋਣਾ ਚਾਹੀਦਾ। ਇਹ सबूत की लोड़ है। ये सामने गुरु ग्रंथ साहब ने जिन्हें घटना की है वो भी सामने आ गया, तो जो घटना हुई है वो सामने आ गया। ये अदालत को लंबे केस नहीं करने चाहिए, फास्ट ट्रैक है कि और पूरी प्रायोरिटी उत्ते केस लैके लाने चाहिए तां जो सारिया घटनावां का छेती फैसला। तुहानूं कहा कि कभी सिक्खी स्वरूप से कभी सिख परंपरावां ते मर्यादा ते घटना होंदियां। जिहड़ी ये घटना हुई है 18 साल की बच्ची है, उन्होंने 55-60 साल के बंदे के नाल जबरी निकाह करा दिता गया, उसका जबरी धर्म परिवर्तन किया गया। कोर्ट ने भी उन्होंने उत्थे भेज दिता गया। दूजी कुड़ी 29 साल की सी, उन्होंने भेज दिता गया। 18 साल वाली नूं ते वापस जदों संगत के रोह अगे झुक गई कोर्ट, उन्होंने वापस लड़की नूं घर भेजिया। मैं समझदी हां सारी कौम इकट्ठी हुई, सारियां जथेबंदियां उत्थे इकट्ठियां हो गई। तख्त साहब के जथेदार वालों भी चिट्ठियां सारे उत्थे चल गई। असी भी पहुँचे, साड़ी सिख मिशन जिहड़ा उत्थे बनया होया जम्मू कश्मीर च असीं एकदम वफद उत्थे भेजिया भी जमीनी हकीकत देख के आओ की है, रिपोर्ट करो। इसे तो दिल्ली कमेटी तो ड्यूटी लाई कि प्रधान साहब तुसीं उत्थे पहुँचो तो जाके उत्थे देखो। साबका प्रधान सरना साहब भी उत्थे पहुँच गए, सारे उत्थे पहुँचे। इत्थे कौम इकट्ठी होकर जदों गल कीती ना कौम ने, तो मेरा ख्याल है फिर कोर्टां दा भी जड़ियां झुक जांदियां।
ਸੋ ਇਸ ਕਰਕੇ ਮੈਂ ਸਮਝਦੀ ਹਾਂ ਕਿ ਉਹਦਾ ਫੈਸਲਾ ਇਹ ਹੋਇਆ ਕਿ ਲੜਕੀ ਨੂੰ ਵਾਪਸ ਦਿੱਤੀ, ਲੜਕੀ ਨੂੰ ਰਜ਼ਾਮੰਦ ਕੀਤੀ। ਉੱਥੇ ਲੜਕਾ ਇੱਕ ਕੁਰਬਾਨੀ ਦਿੱਤੀ ਲੜਕੇ ਨੇ ਕਿ ਮੈਂ ਵਿਆਹ ਕਰਾਵਾਂਗਾ। ਉਹ ਲੜਕਾ ਸਾਬਤ ਸੂਰਤ ਉੱਥੇ ਮਿਲ ਗਿਆ ਤੇ ਉਹਦੇ ਨਾਲ ਉਹਦਾ ਵਿਆਹ ਕੀਤਾ ਗਿਆ, ਉਸ ਲੜਕੀ ਮਨਮੀਤ ਕੌਰ ਦਾ। ਤੇ ਉਹ ਵਿਆਹ ਕਰਕੇ ਅੱਜ 4:30 ਵਜੇ ਜਹਾਜ਼ ਤੇ ਪ੍ਰਧਾਨ ਸਾਹਿਬ ਨਾਲ ਲੈ ਗਏ ਹੈ ਕਿ ਤੁਹਾਡੀ ਸਿਕਿਉਰਿਟੀ ਕਰਕੇ ਤੁਹਾਨੂੰ ਅਸੀਂ ਉੱਥੇ ਨੌਕਰੀ ਵੀ ਦੇਵਾਂਗੇ, ਤੁਹਾਡੀ ਸੇਵਾ ਸੰਭਾਲ ਵੀ ਕਰਾਂਗੇ, ਤੁਸੀਂ ਘਬਰਾਉਣਾ ਨਹੀਂ। ਸੋ ਇਹ ਹੱਲ ਕੌਮ ਜਿਹੜੀ ਇਕੱਠੇ ਹੋ ਕੇ ਕਰ ਸਕਦੀ ਹੈ, ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਕੇ ਨਹੀਂ। ਕਿਸੇ ਨੂੰ ਮੈਂ ਕਿਸੇ ਨੂੰ ਦੂਸ਼ਣ ਦੇਵਾਂ, ਕੋਈ ਕਿਸੇ ਨੂੰ ਦੇਵੇ, ਇਹਦਾ ਕੋਈ ਫਾਇਦਾ ਨਹੀਂ ਹੁੰਦਾ। ਸਾਰੀ ਕੌਮ ਜੇ ਇਕੱਠੀ ਹੋ ਜਾਵੇ ਕੋਈ ਮਸਲਾ ਨਹੀਂ ਜਿਹੜਾ ਕਿ ਉਹਦਾ ਹੱਲ ਨਹੀਂ ਹੋ ਸਕਦਾ। ਗੁਰਦੁਆਰਾ ਸਾਹਿਬ ਮੈਂ ਤਾਂ ਅੱਗੇ ਕਿਹਾ ਕਿ ਜੋ ਗੁਰੂ ਸਾਹਿਬ ਜੀ ਦੀ ਸੇਵਾ ਸੰਭਾਲ ਦੀ ਗੱਲ ਹੈ ਜਾਂ ਉਹਦੇ ਅੱਜ ਦੇ ਹੋਏ ਘਟਨਾਕ੍ਰਮ ਦੀ ਜਿਵੇਂ ਮਰਮ ਲਾਉਣ ਲੱਗਾ, ਮੈਂ ਨਹੀਂ ਲਾ ਸਕਦੀ। ਸਿਰਫ ਇੱਕ ਦਰਬਾਰ ਦੀ ਸੇਵਾ ਲਈ ਕਿ ਸੰਗਤਾਂ ਨੂੰ ਥੋੜਾ ਬੋਝ ਇਹਨਾਂ ਦਾ ਘਟ ਜੇ 10 ਲੱਖ ਰੁਪਈਆ ਇਸ ਬਿਲਡਿੰਗ ਦੇ ਅੰਦਰਲੀ ਸਾਰੀ ਮੈਟਿੰਗ ਕਰਨ ਵਾਸਤੇ ਜਾਂ ਉਹਨੂੰ ਸੁਧਾਰਨ ਵਾਸਤੇ ਦੇ ਨਾਲ 2 ਸੇਵਾਦਾਰ ਇਹ ਦੇ ਦੇਣ। ਮੈਂ ਪਿੰਡ ਵਿੱਚੋਂ 2 ਸੇਵਾਦਾਰ ਭਰਤੀ ਕਰ ਦਿਆਂਗੀ, ਉਹ ਇੱਥੇ ਡਿਊਟੀ ਦੇਣਗੇ ਤੇ ਉਹ ਇੱਥੇ ਨਾਲ ਸੇਵਾ ਸੰਭਾਲ ਕਰਾਉਣਗੇ। ਗ੍ਰੰਥੀ ਜਿਹੜਾ ਕਿਉਂਕਿ ਇੱਕ ਗ੍ਰੰਥੀ ਕੁਝ ਨਹੀਂ ਕਰ ਸਕਦਾ, ਉਹ ਕਿਤੇ ਬਾਹਰ ਜਾਂਦਾ, ਦੂਜਾ ਜਣਾ ਇੱਥੇ ਨੁਕਸਾਨ। ਹਰ ਗੁਰਦੁਆਰੇ ਦੇ ਪਰਿਵਾਰ ਮੈਂ ਕਮੇਟੀਆਂ ਨੂੰ ਬੇਨਤੀ ਕਰਾਂਗੀ, ਹਰ ਪਿੰਡ ਦੇ ਵਿੱਚ ਘੱਟੋ ਘੱਟ ਜੇ ਗ੍ਰੰਥੀ ਹੈ ਤਾਂ ਨਾਲ ਸੇਵਾਦਾਰ 1 ਜਾਂ 2 ਜ਼ਰੂਰ ਰੱਖੋ ਤਾਂ ਜੋ ਗ੍ਰੰਥੀ ਦੀ ਵੀ ਸਹੂਲਤ ਬਣੇ ਤੇ ਸੇਵਾਦਾਰ ਵੀ ਉਹ ਜਿਹੜਾ ਸੁਚੇਤ ਹੋ ਕੇ ਸੇਵਾ ਕਰੇ। ਜਿਹੜੀ ਇਹ ਘਟਨਾ ਵਾਪਰੀ ਹੈ ਇਹਦੇ ਪਿੱਛੇ ਕੋਈ ਸਾਜ਼ਿਸ਼ ਹੋ ਸਕਦੀ ਹੈ? ਸੱਚ ਦੇਖੋ ਜੀ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਕੈਸੀ ਕੋਈ ਪੱਕੀ ਇਹਨਾਂ ਲੋਕਾਂ ਨੂੰ ਕੀ ਗੁੜਤੀ ਦੇ ਕੇ ਭੇਜਦੇ ਆ, ਕੀ ਇਹਨਾਂ 'ਚ ਇੰਜੈਕਟ ਕਰਕੇ ਭੇਜਦੇ ਜਿਹੜਾ ਕੋਈ ਬੋਲਦਾ ਹੀ ਨਹੀਂ। ਦੁੱਖ ਤੇ ਇਸ ਗੱਲ ਦਾ ਕੌਣ ਲੋਕ ਨੇ ਉਹ ਜਿਹੜੇ ਇੰਨੀ ਪੱਟੀ ਪੜਾ ਕੇ ਭੇਜਦੇ, ਬੋਲਦਾ ਹੀ ਕੁਛ ਨਹੀਂ। ਜੀ ਪੰਥਕ ਜਥੇਬੰਦੀਆਂ ਨੇ ਕਿਹਾ ਕਿ ਜੇ ਅਸੀਂ ਪ੍ਰਸ਼ਾਸਨ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੁੰਦੇ ਤਾਂ ਅਗਲਾ ਪ੍ਰੋਗਰਾਮ ਲਿਖਿਆ ਜਾਵੇਗਾ। ਉਸ ਬਾਰੇ ਚਲੋ ਇਹ ਤੇ ਹੁਣ ਜੇ ਨਹੀਂ ਹੋਣਗੇ ਉਹ ਦੱਸ ਦੇਣਗੇ ਕੀ ਲਿਖਣਾ ਉਹਨਾਂ ਨੇ। ਮੇਰੇ ਹਿਸਾਬ ਨਾਲ ਜੇ ਪਿੰਡ ਵਾਲੇ ਨਹੀਂ ਸੰਤੁਸ਼ਟ ਜਾਂ ਉੱਦਾਂ ਨਹੀਂ ਗੱਲ, ਫਿਰ ਤੇ ਅਸੀਂ ਵੀ ਕਹਿ ਸਕਦੇ ਹਾਂ। ਪਰ ਇਹਨਾਂ ਨੂੰ ਜਦੋਂ ਦੇਖੋ ਪ੍ਰਸ਼ਾਸਨ ਜੋ ਕਰ ਸਕਦਾ ਹੈ ਉਹਨਾਂ ਨੇ ਕੀਤਾ। ਜੇ ਹੋਰ ਵੀ ਕੁਝ ਹੈ, ਅੱਜ ਅਸੀਂ ਯੂਆਪਾ ਕਿਹਾ, ਉਹਨਾਂ ਨੇ ਕਿਹਾ ਅਸੀਂ ਵਾਅਦਾ ਕਰ ਦਿੰਦੇ ਹਾਂ। ਜੇ 300 ਦਾ ਕਹਾਂਗੇ ਉਹਨਾਂ ਨੇ ਕਹਿਣਾ ਅਸੀਂ ਵਾਅਦਾ ਕਰ ਦਿੰਦੇ ਹਾਂ। ਅਸੀਂ ਜੋ ਚਾਹੁੰਦੇ ਜਾਂ ਦੱਸੀਏ ਉਹਨਾਂ ਨੂੰ। ਵੈਸੇ ਬੀਬੀ ਜੀ ਐਵੇਂ ਦੇ ਕੇਸਾਂ 'ਚ ਮੈਂਟਲੀ ਅਪਸੈਟ ਦੀ ਗੱਲ ਆ ਜਾਂਦੀ ਹੈ ਬਾਅਦ 'ਚ। ਇਹ ਸਭ ਝੂਠ ਹੈ ਜੀ। ਮੈਂਟਲੀ ਅਪਸੈਟ ਸਿਰਫ ਗੁਰਦੁਆਰੇ 'ਚ ਹੀ ਵੜਦੇ, ਹੋਰ ਥਾਵਾਂ 'ਤੇ ਕਿਉਂ ਨਹੀਂ ਵੜਦੇ? ਦੂਜੇ ਧਰਮਾਂ 'ਚ ਕਿਉਂ ਨਹੀਂ ਜਾਂਦੇ? ਸੋ ਇਸ ਕਰਕੇ ਗਲਤ ਇਹ ਲੋਕਾਂ ਨੇ ਇਹ ਗੱਲ ਪੜ੍ਹਾ ਦਿੱਤੀ ਗਈ ਹੈ ਵੀ ਜਿਹੜਾ ਕੋਈ ਇਹਨਾਂ ਨੂੰ ਟ੍ਰੇਡ ਕਰਕੇ ਭੇਜਦਾ ਉਹ ਕਹਿੰਦਾ ਪਾਗਲ ਹੈ।